ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਸਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕਰਕੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦੀ ਧੁਰ ਦਰਗਾਹੀ ਅੰਮ੍ਰਿਤਮਈ ਬਚਨਾਂ ਨੂੰ ਨਿਤਨੇਮ ਆਸਾ ਦੀ ਵਾਰ ਦੀ ਕੀਰਤਨ ਰੂਪ ਅੰਦਰ ਸ਼ਰਧਾ ਭਾਵਨਾ ਅਕੀਦਤ ਨਾਲ ਸਰਵਨ ਕਰਦੇ ਆ ਰਹੇ ਹਾਂ। ਸਤਿਗੁਰੂ ਸਾਡੇ ਕਲਯੁਗੀ ਜੀਵਨ ਦੇ ਤਾਰਨ ਵਾਸਤੇ ਸਾਨੂੰ ਸਮਝਾਉਣ ਵਾਸਤੇ ਮਾਰਗ ਤੇ ਪਾਉਣ ਵਾਸਤੇ ਵਿਛੜਿਆਂ ਨੂੰ ਪ੍ਰਭੂ ਨਾਲ ਮਿਲਾਉਣ ਵਾਸਤੇ ਸਾਡੇ ਤੇ ਮਿਹਰ ਕਰਦੇ ਨੇ। ਸਾਡਾ ਮਨ ਕਿਤੇ ਸਮਝ ਕੇ ਇਸ ਗੱਲ ਨੂੰ ਤੇ ਮਾਲਕ ਵੱਲ ਨੂੰ ਮੁੜ ਪਵੇ, ਉਹਦੇ ਮਾਰਗ ਤੇ ਤੁਰ ਪਵੇ। ਮਹਾਰਾਜ ਜੀ ਨੇ ਓੰਕਾਰ ਤੋਂ ਲੈ ਕੇ 18 10 20 ਤੱਕ ਮਹਾਰਾਜ ਜੀ ਦੀ ਅਲਾਹੀ ਬਾਣੀ ਸਾਨੂੰ ਬਖਸ਼ਿਸ਼ ਕੀਤੀ। ਉਹ ਤੁਰ ਕੀ ਬਾਣੀ ਆਏ ਤਨ ਸਗਲੇ ਚਿੰਤ ਮਿਟਾਈ ਦੇ ਚੱਲ ਰਹੀ ਲੜੀ ਵਾਰ ਕਥਾ ਵਿਚਾਰ ਭੱਟਾਂ ਦੇ ਸਵਈਆਂ ਦੀ ਵਿਚਾਰ ਚੱਲ ਰਹੀ ਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ 1399 ਅੰਗ ਦੇ ਉੱਪਰ ਮਹਾਰਾਜ ਇਹ ਬਚਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਨਿਰੰਕਾਰੀ ਸਾਹਿਬ ਜੀ ਦੀ ਉਸਤਤ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਰਾਮਸਰ ਸਾਹਿਬ ਦੀ ਧਰਤੀ ਤੇ ਬੈਠੇ ਹੋਏ ਨੇ। ਪਹਿਲਾਂ ਉਸ ਅਕਾਲ ਦੀ ਉਸਤਤ ਕੀਤੀ, ਫਿਰ ਭੱਟਾਂ ਨੂੰ ਉਪਦੇਸ਼ ਦਿੱਤਾ ਤੇ ਭੱਟ ਉਸ ਸ਼ਬਦਾਵਲੀ ਨੂੰ ਜਾਣ ਕੇ ਜਿਸ ਅੰਦਰ ਮਹਾਰਾਜ ਨੇ ਦਰਸਾਇਆ ਮਾਲਕ ਦੇ ਗੁਣ ਗਾਵੋ, ਮਾਲਕ ਨੂੰ ਧਿਆਵੋ, ਉਹਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ। ਇੱਧਰ ਉੱਧਰ ਦੇ ਕਰਮ ਕਾਂਡ ਤਜ ਕਰਕੇ ਭੱਟਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰੋ। ਇਹਨਾਂ ਚੋਂ ਕੱਲ ਨਾਮਾ ਭੱਟ ਜਿਹੜਾ ਹੈ ਉਹ ਮਹਾਰਾਜ ਦੇ ਚਰਨਾਂ ਦੇ ਅੰਦਰ ਜੋਦੜੀ ਕਰਕੇ ਜਿਨ੍ਹਾਂ ਨੂੰ ਉਪਦੇਸ਼ ਲੈ ਕੇ ਅੰਦਰ ਦੀ ਸੁਰਤ ਅੰਦਰ ਦਾ ਗਿਆਨ ਜਗਮਗਾਇਆ, ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਉਹ ਗਿਆਨ ਬ੍ਰਹਮ ਦਾ ਪ੍ਰਗਟ ਹੋ ਆਇਆ, ਉਸ ਨਿਰਗੁਣ ਬ੍ਰਹਮ ਦਾ ਸਰਗੁਣ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਪ੍ਰਤੱਖ ਗੁਰੂ ਅਰਜਨ ਦੇਵ ਮਹਾਰਾਜ ਤੱਕ ਦਿਸਣ ਲੱਗ ਪਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਨੇ ਉਹ ਜੋਤ ਆਪ ਉਤਰੀ ਹੋਈ। ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕਰਦਿਆਂ ਹੋਇਆਂ ਮਿਹਰ ਕੀਤੀ ਉਹਨਾਂ ਤੇ। ਹੁਣ ਕੱਲ ਨਾਮਾ ਭੱਟ ਜਿਹੜਾ ਹੈ ਬੜੇ ਪ੍ਰੇਮ ਅੰਦਰ ਭਿੱਜ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸਤਤ ਕਰਨ ਲੱਗਾ। ਇੱਥੇ ਸਰਲੇਖ ਲਿਖਦੇ ਮਹਾਰਾਜ ਇਹਨਾਂ ਸਵਈਆਂ ਦਾ ਸਵਈਏ ਮਹੱਲੇ ਪਹਿਲੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਦਵੈਤ ਸਰੂਪ ਅਦੁੱਤੀ ਬ੍ਰਹਮ ਹੈ ਅਕਾਲ ਪੁਰਖ ਵਾਹਿਗੁਰੂ।
ਜਿਸ ਵਰਗਾ ਦੂਜਾ ਕੋਈ ਹੈ ਹੀ ਨਹੀਂ, ਦੂਜਾ ਕੋਈ ਹੈ ਹੀ ਨਹੀਂ। द्वैत ਵਾਲੇ ਨੇ ਸਾਰੇ, ਅद्वैत ਸਰੂਪ ਪਰਮਾਤਮਾ ਹੈ। ਉਹ ਇੱਕ ਹੈ ਓੰਕਾਰ, ਉਹ ਸਾਰੀ ਕਾਇਨਾਤ ਨੂੰ ਪ੍ਰਕਾਸ਼ਣ ਵਾਲਾ ਹੈ। ਉਹਨੂੰ ਕੋਈ ਪ੍ਰਕਾਸ਼ਣ ਵਾਲਾ ਨਹੀਂ। ਉਹ ਆਪਣੇ ਆਪ ਤੋਂ ਪ੍ਰਕਾਸ਼ ਲੈ ਕੇ ਤੁਰਦਾ ਹੈ। ਉਹਦੇ ਕੋਲੋਂ ਪ੍ਰਕਾਸ਼ ਮੁੱਕਣ ਵਾਲਾ ਨਹੀਂ। ਜੀਵਾਂ ਦੇ ਕੋਲ ਜੋ ਆ ਮੁੱਕਣ ਵਾਲਾ ਹੈ। ਸਵਾਸ ਮੁੱਕਣ ਵਾਲੇ, ਨਦਰ ਮੁੱਕਣ ਵਾਲੀ, ਸਰੀਰ ਮੁੱਕਣ ਵਾਲਾ, ਖਤਮ ਹੋਣ ਵਾਲਾ ਹੈ। ਪਰ ਨਿਰੰਕਾਰ ਪਰਮਾਤਮਾ ਵਾਹਿਗੁਰੂ ਜਿਹੜਾ ਨਾ ਖਤਮ ਹੋਇਆ, ਨਾ ਖਤਮ ਹੈ, ਨਾ ਖਤਮ ਹੋਵੇਗਾ, ਉਹ ਸਦੀਵ ਹੈ। ਤੇ ਜਿੱਥੇ ਉਹ ਆਪ ਸਦੀਵ ਸਾਰਿਆਂ ਨੂੰ ਚਾਨਣ ਮਨਾਰਾ ਬਖਸ਼ਦਾ ਹੈ, ਉਹ ਉਤਪਤੀ ਪਾਲਣਾ ਲੈਤਾ ਕਰਦਾ ਹੈ, ਸਾਰਿਆਂ ਨੂੰ ਗਿਆਨ ਬਖਸ਼ਿਸ਼ ਕਰਦਾ ਹੈ। ਸਤ ਉਹ ਕਦੇ ਉਹਦਾ ਨਾਸ਼ ਨਹੀਂ ਹੁੰਦਾ। ਗੁਰ ਚੇਤਨ ਸਰੂਪ ਹੈ, ਪ੍ਰਸਾਦ ਕਹੀਏ ਆਨੰਦ ਸਰੂਪ ਹੈ। ਜਿਹਦੇ ਚਿੱਤ ਦੇ ਵਿੱਚ ਸਤ ਪਰਮਾਤਮਾ ਵਸਦਾ ਹੈ। ਤੇ ਪਰਮਾਤਮਾ ਤਾਂ ਵਸਦਾ ਜਦੋਂ ਦਾ ਕੋਈ ਚਿੰਤਨ ਕਰੇ, ਜਦੋਂ ਕੋਈ ਉਹਨੂੰ ਸਿਮਰੇ, ਚੇਤੇ ਕਰੇ, ਯਾਦ ਕਰੇ, ਤੇ ਜੀਵਨ ਉਹਦਾ ਆਨੰਦਮਈ ਬਣ ਜਾਂਦਾ ਹੈ। ਖੇੜਾ ਹੀ ਖੇੜਾ ਆ ਜਾਂਦਾ ਹੈ। ਐਸੇ ਪ੍ਰਭੂ ਪਰਮਾਤਮਾ ਦਾ ਮਿਲਾਪ ਔਰ ਸੱਚੇ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਉਹ ਮਿਲ ਜਾਂਦਾ ਹੈ ਇੱਕ ਮਿਕ ਉਹਦੀ ਕਿਰਪਾ ਦੇ ਨਾਲ। ਉਹਦਾ ਮਿਲਾਪ ਹੋਣਾ ਹੈ ਤੇ ਉਹਦੀ ਕਿਰਪਾ ਦੇ ਨਾਲ। ਕਿਰਪਾ ਉਹਨੇ ਤਾਂ ਕਰਨੀ ਹੈ ਜੇ ਤੂੰ ਚਿੰਤਨ ਕੀਤਾ ਹੋਇਆ, ਚਿਤਵਿਆ ਹੋਇਆ, ਸਿਮਰਨ ਕੀਤਾ ਹੋਇਆ, ਉਹਦੇ ਮੁਤਲਕ ਜੀਵਨ ਜਿਉਇਆ ਹੋਇਆ। ਹੁਣ ਭੱਟ ਜੀ ਬਚਨ ਕਰਦੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਬੈਠੇ ਨੇ। ਉਹਨਾਂ ਦੇ ਸਾਹਮਣੇ ਕਹਿੰਦੇ, ਇੱਕ ਮਨ ਪੁਰਖ ਤੇ ਆਏ ਬਾਰ ਦਾਤਾ। ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਾ, ਗੁਰੂ ਨਾਨਕ ਸਾਹਿਬ ਜੀ ਨੂੰ ਭੱਟ ਨਿਰਗੁਣ ਦਾ ਰੂਪ ਮੰਨ ਕੇ, ਬ੍ਰਹਮ ਦਾ ਸਾਕਾਰ ਰੂਪ ਮੰਨ ਕੇ, ਜਿਹਨੂੰ ਗੁਰਬਾਣੀ ਨੇ ਵੀ ਕਿਹਾ ਹੈ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਨਾਰਾਇਣ ਰੂਪ ਜਾਣ ਕੇ ਨਾ, ਭੱਟ ਕਹਿੰਦੇ ਮੇਰੇ ਮਨਾ, ਉਹ ਜਿਹੜਾ ਸਰਬ ਵਿਆਪਕ ਹੈ ਨਾ, ਸਰਗੁਣ ਰੂਪ ਧਾਰਨ ਕਰਕੇ ਸੰਸਾਰ ਦਾ ਭਲਾ ਕਰਨ ਵਾਸਤੇ, ਸੰਸਾਰ ਨੂੰ ਤਾਰਨ ਵਾਸਤੇ ਔਰ ਸਤਿਗੁਰੂ ਆਏ ਆ ਨਾ, ਉਹ ਸਰਬ ਵਿਆਪਕ ਨੇ। ਤੇ ਜਿੱਥੇ ਤੂੰ ਜਾਵੇਂਗਾ, ਉਹਨੂੰ ਆਰਾਧੇਂਗਾ, ਉਹਦਾ ਚਿੰਤਨ ਕਰੇਗਾ ਨਾ, ਉੱਥੇ ਹੀ ਉਹ ਤੇਰੀ ਰੱਖਿਆ ਕਰੇਗਾ। ਔਰ ਇੱਥੇ ਵੀ ਉਹ ਤੇਰੀ ਹਰ ਥਾਂ ਤੇ ਰੱਖਿਆ ਕਰੇਗਾ, ਹਰ ਜਗ੍ਹਾ ਤੇ। ਮਨੁੱਖ ਦੀ ਕਿਤੇ ਤਾਕਤ ਚੱਲਦੀ, ਕਿਤੇ ਨਹੀਂ। ਰਾਜਾ ਜਿਹੜਾ ਹੈ ਉਹਦਾ ਸਿੱਕਾ ਆਪਣੇ ਰਾਜ ਵਿੱਚ ਹੀ ਚੱਲਦਾ ਹੈ, ਦੂਜੇ ਚ ਰਾਜ ਚੋਂ ਜਾ ਕੇ ਆਮ ਮਨੁੱਖਾ। ਪਰ ਪਰਮਾਤਮਾ ਦਾ ਸਿੱਕਾ ਸਭ ਜਗ੍ਹਾ ਤੇ ਚੱਲਦਾ। ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੀਂ ਉੱਥੈ ਤੇਰੀ ਰੱਖ। ਤੂੰ ਉੱਥੇ ਰਖਵਾਲੀ ਕਰਨ ਵਾਲਾ ਜਿੱਥੇ ਕੋਈ ਨਹੀਂ। ਅਗਨੀ ਉਧਰ ਮਾਹੇ, ਉੱਥੇ ਵੀ ਤੂੰ ਰਖਵਾਲੀ ਕਰਨਾ, ਬਚਾਉਣਾ ਹੈ। ਪੂੰ ਪਲਸ ਰੱਖ, ਜਿੱਥੇ ਸੰਸਾਰ ਵਿੱਚ ਰੱਖਿਆ ਕਰਦਾ ਹੈ ਨਾ ਮਾਲਕ ਜੀ, ਉੱਥੇ ਤੂੰ ਕਿਰਪਾ ਕਰਦਾ ਹੈ। ਪੂੰ ਮਹਿਣਾ ਹੁੰਦੇ ਨਰਕ ਘੋਰ ਭਿਆਨਕ ਦੁੱਖ ਆਦ। ਮਹਾਰਾਜ ਉੱਥੇ ਕੋਈ ਦੂਜਾ ਬਾਂਹ ਪਕੜਨ ਵਾਲਾ ਨਹੀਂ। ਜਿਹਨੇ ਗੁਰੂ ਨਾਨਕ ਸਾਹਿਬ ਦਾ ਮਾਰਗ ਅਪਣਾਇਆ ਹੈ, ਜਿਹਨੇ ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ, ਬ੍ਰਹਮ ਨੂੰ ਧਿਆਇਆ ਹੈ, ਤੇ ਭੱਟ ਕੱਲ ਨਾਮਾਂ ਜੀ ਕਹਿੰਦੇ ਨੇ, ਕਵੀ ਜੀ ਕਹਿੰਦੇ ਨੇ, ਦੁਨੀਆ ਦੇ ਲੋਗੋ ਉੱਥੇ ਵੀ ਤੁਹਾਡੀ ਬਾਂਹ ਪਕੜੇਗਾ, ਉੱਥੇ ਵੀ ਤੁਹਾਡੀ ਰਖਵਾਲੀ ਕਰੇਗਾ। ਉਹ ਪੁਰੀ ਹਰ ਪੁਰੀ ਬਸੰਤਾ, ਹਰੀ ਪਰਮਾਤਮਾ ਹੈ, ਉਹ ਰੱਬ ਦਾ ਰੂਪ ਹੈ ਸਰਗੁਣ।
निर्गुण दा सरगुण रूप है, जिन्हों महाराज ने कहा निर्गुण सरगुण भी ओही, कला धार जिन सगली मोही, वो तेरी रखवाली करेगा ध्याए वर दाता। जिहड़ा वर श्रेष्ठ है, जिहड़ा तेनों वर बख्शण वाला है, जिहड़ा तेनों दातां बख्शण वाला मालक है ना, महाराज कहंदे उहनूं ध्या, उहनूं सिमर, उहनूं याद कर। ते और वो जिहड़ा परमात्मा ब्रह्म है सरगुण रूप धारण करके आया, वो सबना दी रखिया करदा है। महाराज कहंदे ने भट्ट नूं जदों ज्ञान होया, सन्मुख साहिब दे अकाल दे बचन करदिआं कहंदे संत सहार सदा बखियाता। कहंदे वो संतां दा सहाई आ, सतपुरुषां दा सहाई आ, सत नाल जुड़े होयां दा सहाई आ। कामनावां के जिन्हां दे अंदर उपजियां संसार दियां हाव भाव उन्हां दा अंत करन वाले, जिन्हां दे चित्त दे विच केवल सत रह गया, परमात्मा रह गया, सच रह गया। महाराज कहंदे उन्हां दा सहाई सहार, उन्हां दी सहायता करन वाला, उन्हां नूं सहारा देण वाला, उन्हां दा मददगार है सदा हमेशा बखियाता प्रगट रूप, उन्हां दी सहायता करदा है, उन्हां ते रहमत वरसाउंदा है प्रगट रूप ही। महाराज साहब कहंदे वो विछे विकारां तो उन्हां नूं बचाउंदा है प्रगट ही। साहब कहंदे तास चरण लै हृदय बसावो। भट्ट जी कहंदे तास तिस प्रभु दे जिहड़ा सब थावां ते रखिया करदा है ना, उत दे चरण और उन्होंने हिरदे च वसावो, हिरदे च उन्हों का ध्यान टकावो। गुरु के बचन रूप चरण, शब्द रूप चरण ने, और दुनिया के लोगों अपने हिरदे अंदर टकाओ, चित्त विच उन्होंने वसावो। जदों चित्त विच वस गए ना, तुहाडा भला होवेगा। तो परम गुरु, तो तदों परम सब तो वड्डा, परम दे अर्थ हुंदे ने और सब तो वड्डा। ते महाराज ने बाणी अंदर भी कहा है कि सब ते वड्डा सतगुर नानक, जिन कल राखी मेरी। भट्ट उसे नूं कहंदे तो परम गुरु, जिहड़ा परम सब तो वड्डा, जिहदे सदर्श तोली कोई नहीं, जिहड़ा अंधकार नूं कट के जीव दे रूह हिरदियां विच प्रकाश चानन मनारा बख्श देंदा है ना, वो कहिए गुरु। सिख दे अंधकार नूं नगलना ते ज्ञान दा दीवा अंदर जला देना, वो कौन है? और कहंदे नानक गुण गावो। गुरु नानक साहब दे गुणां नूं गावो, ओदे गुणां नूं गावो, तुहाडा भला होवेगा। ओदे गुण गाओ, ओदे उस्तत करो, ओदे बोलां दा जाप करो। गावो गुण परमा गुरु सुख सागर। जिहड़ी सब तो वड्डे परम गुरु आ ना, अंधकार नूं कट्टण वाले गुरु नानक साहब, भट्ट साहिबान कहंदे ने ओदे गुणां नूं गावो, ध्यावो। दुनिया दे लोगों, मैं भी ओदे गुणां दा गायन पिया करदा, तुसीं भी गावो। मैनू शांति किदों नहीं सानू मिली, सानू गुण गा के ध्या के शांति मिली जे, इहदी सरन विच आके शांति मिली जे। असीं भी दर दर भटके किदों सुख नहीं जे मिलिया। दुनिया दे लोगों, जिथे मर्जी भटकदे फिरो, बाणी पढ़ के ते गुरु दी गल मन के वो मार्ग ते टुर के सुख मिलना जे। ओदे गुणां नूं गावो। सुख सागर, वो सुखां दा समुंदर है, ओदे तो सुख कदे मुकदे नहीं, वो सारे सुखां नूं देण वाला है। महाराज कहंदे दुरत नवारा न सबद सरे। दुरत जिहड़े कीते हुए पाप ने साडे जीवां दे, जदों जाप करांगे ना, वो वड्डे सतगुरु दा सिमरन करांगे, वो पापां नूं नाश कर देंदा, उन्हां नूं खत्म कर देंदा है। ते शब्द ब्रह्म जिहड़ा हिरदे च प्रकाश कर देंदा है। शब्द दा जाप करन नाल हिरदे च प्रकाश हुंदा है, अज्ञान नाश हुंदा है। और 2+ रत, जिन्हां अंदर 2 मैनिया द्वैत, दूजी बिरती, दूजी विधि, परमात्मा तो छुट कोई होर तरीका अपनाउंदे ने सुख दा, वो विधि आ जिन्हां विच रत प्रीति
ਜਿਨ੍ਹਾਂ ਦੀ ਨਿਰੰਕਾਰ ਨੂੰ ਛੱਡ ਕੇ ਸੰਸਾਰ ਨਾਲ ਪ੍ਰੀਤੀ ਲੱਗੀ ਹੋਈ ਆ, ਇਧਰੋਂ ਸੁੱਖ ਪ੍ਰਾਪਤ ਕਰ ਲਵਾਂਗੇ। ਮਹਾਰਾਜ ਕਹਿੰਦੇ ਉਹ ਤੂੰ ਰੱਬ ਕੋਲੇ ਆਓ, ਤੇਰੀ ਦੁਬਿਧਾ ਦਾ ਵੀ ਨਿਵਾਰਨ ਕਰ ਦੇਵੇਗਾ। ਸ਼ਬਦ ਅੰਮ੍ਰਿਤ, ਸ਼ਬਦ ਬ੍ਰਹਮ ਜਿਹੜਾ ਆ, ਔਰ ਉਹ ਸਾਰੇ ਔਰ ਉਹ ਸਾਰੇ ਸਮੁੰਦਰ ਏ, ਕਦੇ ਉਹਦੇ ਚੋਂ ਰਸ ਮੁੱਕਣ ਵਾਲਾ ਨਹੀਂ। ਉਹ ਅੰਮ੍ਰਿਤ ਦਾ ਸਰੋਵਰ ਭਰਿਆ ਹੈ, ਅੰਮ੍ਰਿਤ ਦਾ ਸਮੁੰਦਰ ਭਰਿਆ ਹੈ। ਉਹਦੇ ਚੋਂ ਬੂੰਦਾਂ ਲੈ, ਉਹਦੀ ਬਖਸ਼ਿਸ਼ ਦੀਆਂ ਤੇਰਾ ਜੀਵਨ ਸਰੇਸ਼ਟ ਹੋ ਜਾਵੇਗਾ। ਉਹ ਸਰੇਸ਼ਟ ਅੰਮ੍ਰਿਤ ਨਾਮ ਨੂੰ ਪੀਣ ਦੇ ਨਾਲ ਤੇਰੇ ਹਿਰਦੇ ਅੰਦਰ ਸ਼ਬਦ ਬ੍ਰਹਮ ਦਾ ਪ੍ਰਕਾਸ਼ ਹੋ ਜਾਵੇਗਾ। ਬ੍ਰਹਮ ਦਾ ਪ੍ਰਕਾਸ਼ ਤਾਂ ਹੋਣਾ ਹੀ ਜਦੋਂ ਸ਼ਬਦ ਨੂੰ ਜਪਿਆ। ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬੌੜ ਜਨਮ ਨਾ ਆਵਾ। ਜੇ ਪ੍ਰਾਣਾਂ ਦਾ ਆਧਾਰ ਔਰ ਸ਼ਬਦ ਬਣ ਗਿਆ, ਮੈਂ ਸੰਖੇਪ ਚ ਅਰਜ ਕਰਾਂ। ਮਹਾਰਾਜ ਕਹਿੰਦੇ ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਕਿੰਨੇ ਕੁ ਗਾਉਂਦੇ ਨੇ ਮਹਾਰਾਜ ਨੇ ਬਾਣੀ ਅੰਦਰ, ਜਪਜੀ ਸਾਹਿਬ ਅੰਦਰ ਕਿਹਾ ਨਾ, ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਮਹਾਰਾਜ ਕਹਿੰਦੇ ਸਾਰੇ ਗਾਇਨ ਕਰਦੇ ਤੇਰੇ ਗੁਣਾਂ ਨੂੰ। ਗਾਵੈ ਗੰਭੀਰ, ਗੂੜੇ ਆਛੇ ਵਾਲੇ, ਜਿਨ੍ਹਾਂ ਦੀ ਸਮਝ ਬੜੀ ਗਹਿਰੀ ਡੂੰਘਾਈ ਦੇ ਨਾਲ ਗੱਲ ਨੂੰ ਲੈਂਦੇ ਨੇ, ਜਿਨ੍ਹਾਂ ਦੇ ਵਿਚਾਰ ਬੜੇ ਗਹਿਰੇ ਨੇ, ਬੜੇ ਸੂਝ ਸਮਝ ਵਾਲੇ ਨੇ। ਧੀਰ, ਧੀਰਜ ਧਾਰੀ ਜਿਹੜੇ ਸੂਰਮੇ ਆ ਨਾ, ਬੜੇ ਹੌਸਲੇ ਨਾਲ ਠਰਮੇ ਨਾਲ ਯੁੱਧ ਪੈ ਕਰਦੇ ਨੇ। ਕਾਲਾਪਨ ਨਹੀਂ ਔਰ ਤੇਜੀ ਨਹੀਂ, ਔਰ ਬੜੇ ਠਰਮੇ ਨਾਲ ਉਹ ਧੀਰਜ ਦੇ ਨਾਲ ਤੇਰਾ ਆਸਰਾ ਲੈ ਕੇ ਤੇਰੇ ਗੁਣ ਉਹ ਵੀ ਗਾਇਨ ਕਰਦੇ। ਇਹ ਨਹੀਂ ਕਿ ਸਾਡੇ ਕੋਲ ਬਲ ਤਾਕਤ ਬੜੀ ਆ ਤੇ ਅਸੀਂ ਜਿਹੜੇ ਔਰ ਗੂੜੇ ਆਛੇ ਵਾਲੇ, ਗਹਿਰਾਈ ਨਾਲ ਗੱਲ ਨੂੰ ਵਿਚਾਰਨ ਵਾਲੇ ਤੇ ਬੜੀ ਗਹਿਰੀ ਗੱਲ ਜਿਹੜੀ ਆ ਪਾਏਦਾਰ ਕਹਿਣ ਵਾਲੇ, ਸਿਆਣਪਤਾ ਦਾ ਘਰ ਜਿਹੜੇ ਨੇ, ਉਹ ਵੀ ਤੇਰੇ ਗੁਣਾਂ ਨੂੰ ਗਾਉਂਦੇ ਨੇ। ਧੀਰਜਵਾਨ ਵੀ ਤੇਰੇ ਗੁਣਾਂ ਨੂੰ ਗਾਉਂਦੇ। ਮਤ ਸਾਗਰ, ਜਿਹੜੇ ਕਹਿੰਦੇ ਇਹਦੀ ਤਾਂ ਮਤ ਆਮ ਮਨੁੱਖਾਂ ਵਰਗੀ ਨਹੀਂ, ਇਹ ਤਾਂ ਮਤੀ ਦਾ ਸਾਗਰ ਸਮੁੰਦਰ ਹੈ। ਤੇ ਜਿਹੜੇ ਮੰਨੇ ਗਏ ਉਹਨਾਂ 4-4 ਵੇਦ ਕੰਠ ਕਰ ਲਏ, ਉਹਨਾਂ ਨੇ ਬੜੇ ਬੜੇ ਸਕਾਲਰ ਬਣੇ, ਬੁੱਧੀ ਦੀ ਵਿਸ਼ਾਲਤਾ, ਵਿਸ਼ਾਲ ਬੁੱਧੀ ਵਾਲੇ, ਉਹ ਵੀ ਤੇਰੇ ਗੁਣਾਂ ਦਾ ਗਾਇਨ ਕਰਦੇ ਨੇ। ਮਹਾਰਾਜ ਜੋਗੀ ਜੰਗਮ ਧਿਆਨ ਧਰੇ, ਜਿਹੜੇ ਜੋਗੀ ਨੇ ਔਰ ਉਹ ਵੀ ਤੇਰੇ ਗੁਣਾਂ ਨੂੰ ਗਾਇਨ ਕਰਦੇ ਆਪਣੇ ਤਰੀਕੇ ਨਾਲ। ਤੇ ਜੰਗਮ, ਸ਼ਿਵ ਜੀ ਦੇ ਅੱਗੇ ਚੱਲੇ ਚੇਲੇ, ਉਹਨਾਂ ਦਾ ਜੰਗਮਾਂ ਦਾ ਇੱਕ ਚੱਲਿਆ ਪੰਥ, ਔਰ ਉਹ ਵੀ ਆ ਕੇ ਮਹਾਰਾਜ ਤੇਰੇ ਗੁਣਾਂ ਨੂੰ ਗਾਉਂਦਾ ਹੈ ਤੇ ਧਿਆਨ ਧਰੇ। ਉਹ ਗਾਇਨ ਕਰਦੇ, ਧਿਆਨ ਤੇਰਾ ਹੀ ਧਰਦੇ ਨੇ। ਔਰ ਨਿਰਗੁਣ ਸਰੂਪ ਦਾ ਤਾਰ ਪ੍ਰਭੂ, ਤੇ ਨਿਰਗੁਣ ਦਾ ਰੂਪ, ਨਿਰਗੁਣ ਜਿਹੜਾ ਹੈ ਉਹ ਸਰਗੁਣ ਰੂਪ ਚ ਗੁਰੂ ਨਾਨਕ ਸਾਹਿਬ ਹੋ ਕੇ ਆਇਆ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਇਹ ਜਿੰਨੇ ਆ, ਕੱਲ ਨਾਮਾ ਭੱਟ ਕਹਿੰਦਾ ਤੈਨੂੰ ਹੀ ਸਾਰੇ ਗਾ ਰਹੇ ਨੇ। ਤੂੰ ਨਿਰਗੁਣ ਬ੍ਰਹਮ ਆ, ਸਰਗੁਣ ਵਿੱਚ ਤਾਰਨ ਵਾਸਤੇ ਸਰੀਰ ਧਾਰਨ ਕੀਤਾ ਹੈ, ਦੁਨੀਆ ਨੂੰ ਪਾਰ ਉਤਾਰਨ ਵਾਸਤੇ, ਸਿੱਖਿਆ ਦੇਣ ਵਾਸਤੇ ਉਹ ਤੇਰੇ ਗੁਣਾਂ ਨੂੰ ਹੀ ਸਾਰੇ ਗਾ ਰਹੇ, ਤੇਰਾ ਧਿਆਨ ਧਰਦੇ ਨੇ। ਗਾਵੇ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ। ਮਹਾਰਾਜ ਗਾਵੇ ਇੰਦਰਾਦਕ, ਇੰਦਰ ਤੋਂ ਆਦਿਕ, ਇੰਦਰ ਤੋਂ ਆਦ। ਇੰਦਰ ਸਾਰੇ ਦੇਵਤਿਆਂ ਦਾ ਮੁਖੀਆ ਮੰਨਿਆ। ਇੰਦਰ ਵੀ ਗਾਉਂਦਾ, ਸਾਰੇ ਦੇਵਤੇ ਵੀ ਤੈਨੂੰ ਗਾਉਂਦੇ, ਤੇਰੇ ਤੋਂ ਹੀ ਮੰਗਦੇ ਤੇ ਫੇਰ ਹੀ ਗਾ ਦੂਜਿਆਂ ਨੂੰ ਕੁਝ ਨਾ ਕੁਝ ਦਿਖਾਉਂਦੇ ਆ ਨਾ, ਉਹ ਵੀ ਤੈਨੂੰ ਗਾਉਂਦੇ। ਔਰ ਭਗਤ ਪ੍ਰਹਿਲਾਦ, ਜਿੰਨੇ ਭਗਤ ਉਹ ਵੀ ਗਾਉਂਦੇ ਨੇ। ਤੇ ਭਗਤ ਪ੍ਰਹਿਲਾਦ ਜਿਨੇ ਰਕਸ਼ਾ ਜਿਹਦੀ ਤੂੰ ਪ੍ਰਤੱਖ ਰੂਪ ਚ ਕੀਤੀ, ਔਰ ਜਿਹਦੇ ਲਈ ਤੂੰ ਆਪ ਉਤਰਿਆ, ਮੇਰੇ ਦਾਤਾਰ ਪ੍ਰਭੂ। ਭਗਤ ਪ੍ਰਹਿਲਾਦ ਤੋਂ ਆਦ ਜਿੰਨੇ ਭਗਤ ਨੇ
ਉਹ ਸਾਰੇ ਗੁਰੂ ਨਾਨਕ ਸਾਹਿਬ ਤੇਰੇ ਗੁਣਾਂ ਦਾ ਗਾਇਨ ਕਰਦੇ ਨੇ। ਆਤਮ ਰਸ ਜਿਨ ਜਾਣਿਓ, ਇਹ ਸਾਰੇ ਉਹ ਨੇ ਜਿਨ੍ਹਾਂ ਅੰਦਰ ਦਾ ਰਸ ਜਾਣ ਲਿਆ, ਜਿਨ੍ਹਾਂ ਨੂੰ ਰਸ ਨਾਮ ਵਿੱਚੋਂ ਆਉਣ ਲੱਗ ਪਿਆ, ਨਾਮ ਦਾ ਸਵਾਦ ਆਉਣ ਲੱਗ ਪਿਆ, ਬਾਣੀ ਦਾ ਸਵਾਦ ਆਉਣ ਲੱਗ ਪਿਆ, ਜਿਨ੍ਹਾਂ ਨੇ ਆਤਮਾ ਦਾ ਰਸ ਜਾਣ ਲਿਆ, ਜਿਨ੍ਹਾਂ ਅੰਦਰ ਨੂੰ ਜਿੱਤ ਲਿਆ, ਆਤਮ ਦਾ ਰਸ ਜਾਣ ਲਿਆ। ਆਤਮ ਜਿਨੈ ਸਗਲ ਅਵਸਥਾ ਕੈ, ਔਰ ਜੇ ਆਤਮ ਰਸ ਜਿਹ ਜਾਣਹੀ ਸੋ ਹੈ ਖਾਲਸ ਦੇਵ। ਜਿਨ੍ਹਾਂ ਆਤਮ ਰਸ ਜਿਹ ਜਿਨ ਜਾਣਿਓ, ਜਿਨ੍ਹਾਂ ਅੰਦਰ ਦੇ ਰਸ ਨੂੰ ਜਾਣ ਲਿਆ। ਸਰੀਰ ਦਾ ਰਸ ਹੋਰ ਏ, ਪਦਾਰਥ ਹੋਰ ਵਿਕਾਰ ਆ ਦੁਨੀਆ ਦੇ ਰੰਗ ਮੰਚ ਚਸਕੇ, ਤੇ ਜਿਹੜਾ ਹੈਗਾ ਆਤਮ ਮਨ ਦਾ ਰਸ ਏ ਉਹ ਹੈ ਨਾਮ। ਉਹ ਨਾਮ ਨੇ ਮਨ ਨੂੰ ਮਜ਼ਬੂਤ ਕਰਨਾ ਹੈ। ਔਰ ਮਹਾਰਾਜ ਸਾਹਿਬ ਕਹਿੰਦੇ ਜਿਨੇ ਉਸ ਰਸ ਨੂੰ ਜਾਣ ਲਿਆ, ਕਬ ਕਲ ਸੋ ਜਸ ਗਾਵ। ਔਰ ਕਲ ਨਾਮਾ ਭੱਟ, ਕਬ ਦਾ ਅਰਥ ਹੈ ਕਵੀ। ਉਹ ਕਵਿਤਾ ਉਚਾਰਨ ਕਰ ਰਿਹਾ ਰੱਬ ਦੇ ਗੁਣ। ਉਹ ਕਹਿ ਰਿਹਾ ਹੈ ਕਿ ਸੋ ਜਸ ਗਾਵੋ ਗੁਰ ਨਾਨਕ। ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਗਾਵੋ ਦੁਨੀਆ ਦੇ ਲੋਗੋ। ਉਹ ਬ੍ਰਹਮ ਜੇ ਸਰਗੁਣ ਦੇ ਰੂਪ ਵਿੱਚ ਧਾਰਨ, ਸਰਗੁਣ ਸਰੂਪ ਧਾਰਨ ਕਰਕੇ ਆਇਆ ਜੇ। ਰਾਜ ਜੋਗ ਜਿਨ ਮਾਣਿਓ, ਜਿਨੇ ਰਾਜ ਗ੍ਰਸਤ ਧਰਮ ਦੇ ਵਿੱਚ ਰਹਿ ਕੇ ਔਰ ਜੁੜਨ ਦੀ ਪ੍ਰਥਾ ਨੂੰ ਚਲਾਇਆ। ਨਹੀਂ ਤੇ ਗ੍ਰਸਤੀ ਪਹਿਲਾਂ ਵੱਖ ਸਨ, ਬਾਨਪ੍ਰਸਤੀ ਵੱਖ ਸਨ, ਤੇ ਸੰਨਿਆਸੀ ਆਦ ਵੱਖ ਵੱਖ ਸਨ। ਜਿਨਨੇ ਭਗਤੀ ਕਰਨੀ ਉਹ ਛੱਡੋ ਪਰਿਵਾਰ ਨੂੰ, ਛੱਡੋ ਕਾਰੋਬਾਰ ਨੂੰ, ਚਲੇ ਜਾਓ ਜੰਗਲਾਂ ਦੇ ਵਿੱਚ ਮਾਨਪ੍ਰਸਤੀ ਹੋ ਜਾਓ। ਮਹਾਰਾਜ ਉਹਨੇ ਰਾਜ ਪਾਟ ਵਿੱਚ ਰਹਿ ਕੇ ਗੋਰਖ ਵਰਗੇ ਆਏ, ਉਹਨਾਂ ਰਾਜਿਆਂ ਤੋਂ ਰਾਜ ਛਡਾਏ, ਕੰਨ ਪਾੜ ਕੇ ਮੁੰਦਰਾ ਪਾ ਕੇ ਜੋਗੀ ਬਣਾਏ ਤੇ ਘਰ ਘਰ ਅੰਦਰ ਭਿਕਸ਼ਾ ਮੰਗਣ ਲਾਏ। ਮਹਾਰਾਜ ਕਹਿੰਦੇ ਘਰ ਵਿੱਚ ਰਹਿ, ਰਾਜ ਨੂੰ ਕਮਾ, ਰਾਜਾ ਬਣ ਤੇ ਤੂੰ ਧਰਮੀ ਰਾਜਾ ਹੋਏਗਾ। ਜਦੋਂ ਨਾਮ ਜਪਣ ਵਾਲਾ, ਗੁਰੂ ਅੱਗੇ ਝੁਕਣ ਵਾਲਾ ਰਾਜਾ ਹੋਇਆ ਤੇ ਪ੍ਰਜਾ ਆਪਣੇ ਆਪ ਹੀ ਉਹੋ ਜਿਹੀ ਹੋ ਜਾਏਗੀ। ਘਰ ਦਾ ਮੁਖੀਆ ਜਿਹੋ ਜਿਹਾ ਹੋਵੇ ਨਾ, ਔਰ ਐਸਤਾ ਐਸਤਾ ਸਾਰਾ ਪਰਿਵਾਰ ਵੀ ਉਹੋ ਜਿਹਾ ਹੋ ਜਾਂਦਾ ਹੈ। ਇਹ ਦਿੱਕਤ ਇਹ ਪੈਦਾ ਹੋ ਜਾਂਦੀ ਹੈ, ਕਈ ਵਾਰ ਪ੍ਰੋਬਲਮ ਇੱਥੇ ਹੋ ਜਾਂਦੀ ਬਾਅਦ ਵਿੱਚ ਜਦੋਂ ਅਸੀਂ ਆ ਕੇ ਹੁੰਨੇ ਨਾ, ਉਦੋਂ ਯੱਕ ਲਖਤ ਕੁਝ ਨਹੀਂ ਹੁੰਦਾ। ਕਿਉਂਕਿ ਇੱਕ ਜਨਮ ਤੋਂ ਬੱਚੇ ਨੂੰ ਮਾਤੇ ਉਲਟੀ ਤੇ ਜਤ ਲਖਤ ਤਾਂ ਬਦਲਣ ਲੱਗੀ। ਹੁਣ ਕਿੰਨੇ ਚਿਰ ਦੀ ਉਹਦੇ ਅੰਦਰ ਉਹ ਘਰ ਕਰ ਚੁੱਕੀ ਹੈ। ਤੇ ਅੱਜ ਅਸੀਂ ਕਹੀਏ ਬਈ ਕਿਸੇ ਵੱਲ ਨੂੰ, ਕਿਸੇ ਪੌਦੇ ਨੂੰ ਪਿਉਂਦ ਕਰ ਦੇਵੋ, ਪਿਉਂਦ, ਤੇ ਪਿਉਂਦ ਕੀਤੇ ਨੂੰ ਉਸੇ ਵੇਲੇ ਫਲ ਲੱਗ ਜਾਂਦਾ ਹੈ। ਉਹ ਪਿਉਂਦ ਨੂੰ ਹਰੀ ਵੀ ਉਹਨੇ ਹੋਣਾ ਹੈ ਐਸਤਾ ਐਸਤਾ, ਤੇ ਪਿਉਂਦ ਨੇ ਫਿਰ ਅੱਗੇ ਵਧਣਾ ਵੀ ਹੈ, ਫੇਰ ਹੀ ਉਹਨੂੰ ਫਲ ਲੱਗਣਾ ਨਾ। ਇਉਂ ਕਰਕੇ ਕਦੇ ਮਨ ਨੂੰ ਡੋਲਣ ਨਾ ਦੇਣਾ। ਔਰ ਇਹ ਪਿਉਂਦ ਐਸਤਾ ਐਸਤਾ ਹੋਵੇਗੀ, ਕਿਉਂਕਿ ਪਹਿਲਾਂ ਦੀ ਜਨਮਾਂ ਜਨਮਾਂਤਰਾਂ ਦੀ ਉਹਨਾਂ ਦੇ ਆਪਣੇ ਕਰਮਾਂ ਦੀ ਵੀ ਮਨ ਨੂੰ ਮੈਲ ਲੱਗੀ ਹੋਈ ਹੈ। ਐਸਤਾ ਐਸਤਾ ਹੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਔਰ ਉਹਨੇ ਕੰਨ ਪਾੜ ਕੇ ਮੁੰਦਰਾਂ ਪਾ ਕੇ ਘਰ-ਬਾਰ ਛਡਾ ਕੇ ਜੋਗੀ ਬਣਾਏ। ਤੇ ਗੁਰੂ ਨਾਨਕ ਸਾਹਿਬਾਂ ਤੁਸੀਂ ਆਏ ਤੇ ਤੁਸੀਂ ਆ ਕੇ ਰਾਜਿਆਂ ਨੂੰ ਰਾਜ ਕਰਨਾ ਸਿਖਾਇਆ ਧਰਮ ਦਾ, ਤੇ ਗ੍ਰਸਤੀ ਧਰਮ ਵਿੱਚ ਪਰਿਵਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜਨਾ ਸੁਣਾਇਆ ਸਿਖਾਇਆ। ਇਹ ਜੋਗ ਹੈ। ਨਹੀਂ ਤੇ ਕਹਿੰਦੇ ਸਨ ਜਿਹਨੇ ਜੋਗ ਲੈਣਾ ਹੈ ਨਾ ਉਹ ਘਰ-ਬਾਰ ਛੱਡ ਕੇ ਆਓ। ਬੜੇ ਬੜੇ ਰਾਜਿਆਂ ਨੇ ਘਰ ਦੀਆਂ ਹੁਣ ਦੁੱਖ ਤਕਲੀਫਾਂ ਹੁੰਦੀਆਂ ਨੇ, ਉਹਨਾਂ ਘਰ ਨੂੰ ਛੱਡ ਕੇ ਚਲੇ ਜਾਣਾ ਜੀ ਹੁਣ ਤਾਂ ਜੀ ਅਸੀਂ, ਔਰ ਜਿਹੜਾ ਜੋਗ ਮਾਰਗ ਧਾਰਨ ਕਰ ਲਿਆ। ਮਹਾਰਾਜ ਸਾਹਿਬ ਕਹਿੰਦੇ ਨੇ, ਭੱਟ ਜੀ ਕਹਿੰਦੇ ਮਹਾਰਾਜ ਤੁਸੀਂ ਰਾਜ ਵੀ ਕਮਾਇਆ ਗ੍ਰਸਤ ਵਿੱਚ ਰਹਿ ਕੇ, ਜੋਗ ਵੀ ਕਮਾਇਆ ਰਾਜ ਇਹ ਪਰਿਵਾਰ ਵਿੱਚ ਰਹਿ ਕੇ, ਔਰ ਤੇ ਜੋਗ ਉਹਨਾਂ ਨੂੰ ਜੁੜਿਆ। ਰਾਜ ਇਹ ਪ੍ਰਕਾਸ਼, ਜਿਹੜਾ ਪ੍ਰਕਾਸ਼ ਲੱਭਣ ਵਾਸਤੇ ਜੰਗਲ ਬਹਿਲਿਆਂ ਨੂੰ ਜਾਂਦੇ ਸਨ ਪਰਿਵਾਰ ਛੱਡ ਕੇ, ਮਹਾਰਾਜ ਉਹ ਘਰ ਪਰਿਵਾਰ ਦੇ ਵਿੱਚ ਰਹਿ ਕੇ ਤੁਸੀਂ ਸੁਰਤ ਜੋੜਨੀ ਸਿਖਾਈ ਤੇ ਉਹ ਅੰਦਰ ਪ੍ਰਕਾਸ਼ ਹੋਏ ਆਇਆ। ਸਿੱਖ ਨੇ ਜੁੜਨਾ ਕਿਵੇਂ? ਤੁਸੀਂ ਕਿਰਪਾ ਕੀਤੀ। ਜਦ ਆਪ ਤੁਸਾਂ ਨੇ ਪਹਿਲਾਂ ਇਹਨੂੰ ਮਾਣਿਆ ਪਰਿਵਾਰ ਵਿੱਚ ਰਹਿ ਕੇ,
मात पिता दे कोल जन्मे जाए और भैन और अपने और जिहड़ा सी और भनोई दे कोल आए। उन्हां दे कोल रह के महाराज ने नहीं कहा इन्हां रिश्तेदारियां नूं छड्ड, देखो उन्होंने सारा निभा के सानू विखाया। तलवंडी तो चले सुल्तानपुरे आए, उथे रहे ते नहीं क्या काम काज छड्ड दे, तू हुण बाणी पढ़न लग पिया, गुरुद्वारे मंदिर मस्जिद जान लग पिया। उन्हां खुद मोदी खाना कीता है। नवाब दौलत खान दी किरत मोदी खाना करते रहे। उन्हां क्या सिखा इन्ने वड्डा राशन सी जिथों सारी फौज आके राशन लैंदी सी ते प्रजा उत्थे बैठे इन्ने वड्डे मुरातबे ते बैठा होवें ते ना तां होवे ते ना ही उहदे विच किते कोई फर्क होवे बई इहदे चों मैं कट लवां और एकता होवे और उत्थे भी धर्म की किरत करें, भुखे दा पेट भरें, तां जाके गल बननी। ये जोग जुड़ना सिखाया, परिवार विच रह के जुड़ के सुरत नूं जोड़ के हिरदियां च प्रकाश होना दर्शा दिता। किते जान की लोड़ नहीं। कलनामा भट्ट जी कहते ने ये तुसां ने कृपा कर दिती। महाराज गावै जनकाद जुगत जोगेश्वर हर रस पूर्ण सर्ब कला। महाराज तेरे गुणा नूं गाउंदे जनक तो आद, जनक जेड़ा और श्री ध्वज नाम दा जनक जेड़ा सी ना, जनक इन्हां दे वड्डे वडेरे दा एक दा नाम होया सी ते जेड़ा उत्थे बहिंदा सी वो जनक कहलाउंदा सी। ये जनक पदवी ते बहन वाले कई राजे ने। मैं इत्थे संखेप च अर्ज करांगा कि सीता दा बाप जेड़ा सी ना वो भी जनक सी ते उहदा नाम श्री ध्वज सीगा और वो भी गाउण वाला सीगा और रब दे गुणां नूं, परमात्मा दे गुणां नूं गाउण वाला। जुगत बड़े ढंग नाल जुड़े, आद उहदे तो आद प्रजा, उहदी प्रजा विच रहन वाले होर भी राजे तेनू गाउंदे ने। महाराज जोगेश्वर और जुग जेड़े जोगियां दे ईश्वर वड्डे जोगी वो भी तेरे गुणां नूं गाउंदे ने। हर रस तेरे नाम दा रस जेड़ा है ना पूर्ण सर्ब कला। महाराज तू सारियां कला शक्तियां करके परिपूर्ण ने। जेड़ा तेरे रस नूं मानदा है उहदे ते तू कृपा कर देना आ। गावै सनकाद साध सिद्धादक मुन जन गावै छल छला। महाराज सनकाद, सनक आद चार ब्रह्मा दे पुत्र मन्ने ने और सनक सनंदन सनातन संत कुमार वो भी ब्रह्मा भी तेनू गाउंदा है। जिहदे नाल सुरत ओ जोड़दा है तू ओ रूप है इन्हां तो उपरला जिन्नू ओ निर्गुण नू ध्याउंदे आ ना, जिहदे अगे ओ ब्रह्मा आद जोदड़ियां करदे आ ना। कलनामा भट्ट कहंदा गुरु नानक साहब तू ओ रूप आ। तेनू ये चारे सनक तो आद सनंदन सनातन संत कुमार ये भी गाउंदे ने और जिन्ने साध ने साधना करने वाले साधु और साधना संपन्न सिद्धादक सिद्धियां संपन्न चलन वाले उस मार्ग ते और मुनीश्वर लोक जिन्ने ने वो सारे ही सेवकान रूप होके तेनू गाउंदे ने, तेनू ध्याउंदे ने। गावै छाल छला। महाराज सारे गाउंदे ने। जिहड़ी माया दे छल रूप माया है और वो जीवां नू छलदी है, छलावे विच लै लैंदी है। महाराज तू आ छल, तू छलावे विच नहीं आउंदा। वो तेनू गाउंदे ने। ये अपने जुमल दे विच सानू ना लपेट सके जेड़े तेनू गाउंदे ने। महाराज अपना छला उन्हां नू छलाए रूप नहीं करदी, उन्हां नू छल नहीं सकदी माया। वो छला वो छलन तो रहत हो जांदे जेड़े तेरे गुणां नू गाउंदे ने। गावै गुणा तोम अटल मंडल वै। महाराज सच्चे पातशाह तेरे गुणां नू गाउंदे ने और धूम
और जेड़े ये भी एक राजा होया है वो भी तेरे गुणां नूं गाउंदा है। ते महाराज सच्चे पातशाह अटल मंडल वै भगत पाए रस जानियो। महाराज अटल पदवी नूं पाउण वाला उस मंडल दा वासी भगत प्रहलाद वो भी तेनों गाउंदा है। अटल पदवी नूं मानण वाला महाराज वो भी तेनों गाउंदा है। भगत ध्रुव भी तेनों गाउंदा है। और तेरे रस नूं मानण वाला कब कल सो जस गावो गुरु नानक राज जोग जिन मानियो। कल नामा कवि भट्ट कहंदा है उस परमात्मा दे गुरु दे श्रेष्ठ जस नूं गावो ते आवो और गुरु नानक साहब महाराज दे जस नूं गाओ जिन्हें परिवार विच संसार विच रह के जुड़न दा ते हिरदिਆਂ नूं प्रकाशित करन दा ढंग दस दिता। आप प्रकाश रूप होए आप नारायण आए उन्होंने ऐसी जुगती वरताई कि सारे हिरदे प्रकाशित हो गए। जेड़े अज भी उन्होंने दे बचनां ते नूं मन के उस मार्ग ते चलदे हिरदे प्रकाशित हो जाते ने। और वो गुण गाउंदियां गाउंदियां कहंदे ओदे रस नूं मानिया जिन्हां ने जानिया। गावे कपलाद आद जोगेश्वर अपरंपरा अवतार वारो। कपिल मुनि जेड़ा है वो भी तेरे गुणां नूं गाउंदा है। उहदे तो आद जेड़े जिन्ने भी मनीश्वर लोक ने सारे तेरे गुणां नूं गाउंदे ने। जोगेश्वर और जेड़े बहुत जोगियां दे वड्डे ईश्वर गोरखनाथ वर्गे वो भी गाउंदे। अपरंपर जिहदा कोई पारावार नहीं पाया जा सकदा। बेअंत स्वरूप है परमात्मा अवतार वारो। जेड़े अवतार दे अर्थ हुंदे आ जिन्हों उतारिया जावे। मैं अगे भी एक दिन बयान किया सी अवतार शक्तियां लैके आया है। साधु गुरसिख संत उन्हें कमा कमा के इथों इकट्ठियां करके रब नूं मिलिया। वो मिलिया आया सब कुछ लैके आया। इन्हें ध्याया जपिया कमाया कमा के सब कुछ शक्तियां दा जेड़ा सी भंडार बन के परमात्मा उस मालिक देनहारे नूं मिल गया। कह लगे उन्हें वरां दे दाते नूं गाओ और गावे जमदगन परशुरामेश्वर कर कुठार रग तेज हारियो। महाराज सच्चे पातशाह कहंदे जमदगन ऋषि जेड़ा है वो भी गाउंदा है। जमदगन ऋषि और ओदा पुत्र सी और जिन्हों परशुराम कहंदे ने। जमदगन ऋषि भी गाउंदा रेणका दा पुत्र सी ये परशुराम। और कहन लगे और महाराज ये परशुराम भी गाउंदा कर कुठार। कर मैना हुंदा हथ तेरे हाथ विच कुठार मैना कुहाड़ा हुंदा सी। इन्हें छतरी वड्ढने शुरू किए सन मारदा सी छतरियां नूं। कहन लगे रग तेज हारियो। रघु मैना है रामचंद्र जी जद सीता नूं स्वयंवर दे विच ववाउण गए ना और उस समय शिवजी का धनक पिया सी श्री ध्वज दे कोल। जेड़ा सीता दा बाप सी उहदे कोल उहनूं कोई उठाउंदा नहीं सी। इन्हां जदों चिला चाड़िया तो तोड़ता ते जेड़ा परशुराम सी इहने कहा बई इहनूं तोड़िया क्यों मैं तां छतरी नूं छड्डांगा नहीं। जदों गया उन्हां निर्मानता दे नाल ना रामचंद्र ने इन्हां नूं झुक के कदमां ते हथ लाए दी सारी सता खिच ली खाली करता। महाराज दे कोल गुण गायन करदे भट्ट कहंदे ने वो जेड़ा कुठार लैके कुहाड़ा लैके जमदग्नि ऋषि दा पुत्र परशुराम हाथ विच कुहाड़ा लैके छतरियां नूं वढ़दा फिरदा सी ना। रघुकुल दे सरमौर रामचंद्र ने तेज हरिओ दा तेज प्रताप सता सारी खिच ली। ओदे तो कुहाड़ी ना चक्की जावे ओनू खिच लिया। इत्थे पता कहना की चाहुंदे जमदगन ऋषि तेरे गुणां नूं गाउंदा है। परशुराम गाउंदा है जिहड़ा सब नूं मारदा सी ते जिन्हें परशुराम दी सता खिच लई सी ना रामचंद्र महाराज वो भी तेरे गुणां नूं गाउंदा है। जिन्हें ओदी सता खिच ली सी ना एडा ताकतवर सी मौके दा अवतार सी वो भी तेरा भेजिया ते तेरे गुणां नूं गाउंदा है।
ਕਹਿਣ ਤੋਂ ਭਾਵ ਸਾਰੇ ਅਵਤਾਰਾਂ ਤੋਂ ਉੱਪਰ ਸਭ ਤੋਂ ਵੱਡਾ ਸਤਿਗੁਰ ਨਾਨਕ, ਉਹਨੂੰ ਦਰਸਾ ਰਹੇ ਨੇ ਭੱਟ ਜੀ। ਕਹਿੰਦੇ ਉਹ ਵੀ ਤੇਰੇ ਗੁਣਾਂ ਨੂੰ ਗਾਇਨ ਕਰਦਾ ਹੈ, ਉਹ ਵੀ ਤੇਰੇ ਗੁਣ ਗਾਇਨ ਕਰਦਾ ਹੈ। ਉਹ ਵੀ ਪੂਰਨ ਰੱਬ ਨਹੀਂ ਮਹਾਰਾਜ, ਬ੍ਰਹਮ ਰੂਪ ਹੈ, ਤੂੰ ਨਿਰਗੁਣ ਹੈ, ਰੂਪ ਹੈ, ਤੇ ਤੇਰੇ ਗੁਣਾਂ ਨੂੰ ਉਹ ਵੀ ਗਾਉਂਦਾ। ਕਹਿੰਦੇ ਉਦੋਂ ਅਕਰੂਰ ਬਿਦਰ ਗੁਣ ਗਾਵੇ। ਹੁਣ ਇਹ ਜਿੰਨੇ ਨਾਮ ਨੇ ਇਹ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿਹਦੇ ਵਿੱਚ ਸਾਰੇ ਨਾਮ ਹੀ ਆਉਂਦੇ ਨੇ ਔਰ ਸਾਰਿਆਂ ਦੇ ਹੀ, ਔਰ ਹੋਰ ਕਿਸੇ ਗ੍ਰੰਥ ਵਿੱਚ ਇੰਨੇ ਨਾਮ ਨਹੀਂ ਆਉਂਦੇ, ਨਾ ਕੁਰਾਨ ਪਾਕ ਚ ਆਉਣ, ਨਾ ਗੀਤਾ ਵਿੱਚ ਆਉਣ, ਨਾ ਮਹਾਭਾਰਤ ਵਿੱਚ ਆਉਣ। ਜਿਹੜੇ ਮਹਾਭਾਰਤ ਵਿੱਚ ਆਉਂਦੇ ਉਹ ਰਾਮਾਇਣ ਚ ਨਹੀਂ ਆਉਂਦੇ, ਐਸਾ ਕੁਝ ਹੈ। ਖੈਰ ਉਦੋਂ ਕੌਣ ਸੀ ਇਹ ਮੈਂ ਕੇਵਲ ਇਹਨਾਂ ਦਾ ਸੰਖੇਪ ਚ ਹੀ ਮਾੜਾ ਜਿਹਾ ਹੀ ਆਪ ਨਾਲ ਸਾਂਝ ਪਾਉਣੀ ਹੈ। ਉਦੋਂ ਜਿਹੜਾ ਨਾ ਦੇਵ ਭਾਗ ਦਾ ਪੁੱਤਰ ਸੀ, ਦੇਵ ਭਾਗ ਦਾ ਪੁੱਤਰ ਸੀ, ਤੇ ਜਿਹੜਾ ਕ੍ਰਿਸ਼ਨ ਜੀ ਸੀ ਨਾ ਦੁਆਪਰ ਯੁੱਗ ਦਾ ਅਵਤਾਰ, ਇਹਦਾ ਸੰਬੰਧ ਦੇ ਵਿੱਚੋਂ ਚਾਚਾ ਲੱਗਦਾ ਸੀ। ਸੰਬੰਧ ਵਿੱਚੋਂ ਮਤਲਬ ਜਿਹੜਾ ਇਹ ਕਹਿ ਲਓ ਕਿ ਇਹਦਾ ਬਾਪ ਤੇ ਉਹਦਾ ਬਾਪ ਦੋ ਭਰਾ ਵੱਖਰੇ ਵੱਖਰੇ ਸਨ। ਉਹਦੇ ਬਾਪ ਤੇ ਇਹ ਮੰਨ ਲਓ ਕ੍ਰਿਸ਼ਨ ਜੀ ਦਾ ਦਾਦਾ ਤੇ ਉਹਦਾ ਇਹਦੇ ਦਾਦੇ ਹੋਣੀ ਦੋ ਭਰਾ ਤੇ ਉਹਨਾਂ ਦਾ ਸੀ ਇਹ ਉਦੋਂ। ਪਰ ਹੈ ਕ੍ਰਿਸ਼ਨ ਭਗਤ ਸੀ, ਉਹ ਗੁਣ ਗਾਉਂਦਾ ਹੈ। ਕਹਿੰਦੇ ਉਹ ਵੀ ਮਹਾਰਾਜ ਨਿਰਗੁਣ ਰੂਪ ਤੇਰੇ ਗੁਣਾਂ ਨੂੰ ਗਾਉਂਦਾ। ਅਕਰੂਰ, ਇਹ ਅਕਰੂਰ ਜਿਹੜਾ ਹੈ ਸਫਲਕ ਦਾ ਪੁੱਤਰ ਸੀ, ਗਾਇਨੀ ਦੇ ਉਦਰ ਤੋਂ ਪੈਦਾ ਹੋਇਆ, ਔਰ ਗਾਇਨੀ ਦੇ ਉਦਰ ਤੋਂ ਪੈਦਾ ਹੋਇਆ, ਸਫਲਕ ਦਾ ਪੁੱਤਰ ਸੀ ਤੇ ਕ੍ਰਿਸ਼ਨ ਜੀ ਦਾ ਚਾਚਾ ਸੀ। ਇਹ ਵੀ ਇਹ ਸਕਾ ਚਾਚਾ ਇਹਨੂੰ ਮੰਨਿਆ ਹੈ ਅਕਰੂਰ ਨੂੰ, ਪਰ ਇਹਨੇ ਚਾਚੇ ਵਾਲਾ ਰਿਸ਼ਤਾ ਨਹੀਂ ਸੀ ਰੱਖਿਆ। ਇਹ ਵੀ ਭਗਤ ਸੀ, ਬੜੇ ਗੁਣ ਗਾਇਨ ਕਰਨ ਵਾਲਾ ਸੀ। ਮਹਾਰਾਜ ਵਾਸਤਵ ਅੰਦਰ ਉਦੋਂ ਵੀ ਤੈਨੂੰ ਗਾਉਂਦਾ ਹੈ, ਅਕਰੂਰ ਵੀ ਤੈਨੂੰ ਗਾਉਂਦਾ ਹੈ। ਬਿਦਰ, ਬਿਦਰ ਜਿਹੜਾ ਹੈ ਔਰ ਵਿਚਿੱਤਰ ਵੀਰਜਾ ਨਾਮ ਦਾ ਰਾਜਾ ਹੋਇਆ, ਉਹਦੀ ਇੱਕ ਦਾਸੀ ਸੁਦੇਸ਼ਨਾ ਸੀ, ਤੇ ਬਿਆਸ ਜੀ ਉਹ ਸੁਦੇਸ਼ਨਾ ਦੇ ਉਦਰ ਤੋਂ ਬਿਆਸ ਜੀ ਦਾ ਪੁੱਤਰ ਜਿਹੜਾ ਪੈਦਾ ਹੋਇਆ ਉਹਦਾ ਨਾਮ ਸੀ ਬਿਦਰ। ਇਹ ਬੜਾ ਨੀਤੀ ਨਿਪੁੰਨ ਸੀ, ਇਹਨੇ ਬੜਾ ਸਮਝਾਇਆ ਸੀ ਕੈਰਵਾਂ ਨੂੰ ਕਿ ਤੁਸੀਂ ਇਸ ਗੱਲ ਤੋਂ ਬਾਅਦ ਆ ਜਾਓ, ਬਾਅਦ ਆ ਜਾਓ, ਨਾ ਹਟੇ ਔਰ ਉਹਦੇ ਕਹਿਣ ਤੇ ਨਾ ਮੰਨੇ। ਤੇ ਕ੍ਰਿਸ਼ਨ ਜੀ ਵੀ ਜਦੋਂ ਸਮਝਾਉਣ ਲਈ ਆਏ ਨਾ 16 ਦਿਨ ਪਾਂਡਵਾਂ ਨੂੰ ਸਮਝਾਉਂਦੇ ਰਹੇ, ਪਰ ਇਹ ਨਾ ਸਮਝੇ। ਔਰ ਜਦੋਂ ਸ਼ਾਂਤੀ ਦੂਤ ਬਣ ਕੇ ਆਉਂਦੇ ਸਨ ਤੇ ਉਹ ਆ ਕੇ ਬਿਦਰ ਦੇ ਘਰੇ ਰਹੇ ਸਨ। ਆਇਆ ਸੁਣਿਆ ਬਿਦਰ ਦੇ ਦਰਜੋਦਨ ਹੋਏ ਬੋਲੇ ਰੁੱਖਾ। ਔਰ ਭਾਈ ਗੁਰਦਾਸ ਜੀ ਨੇ ਵੀ ਕਿਹਾ ਕਿ ਜਦੋਂ ਮੌਕੇ ਦਾ ਅਵਤਾਰ ਆਇਆ ਬਿਦਰ ਭਗਤ ਸੀ, ਤੇ ਔਰ ਜਦੋਂ ਫਿਰ ਦਰਜੋਦਨ ਨੇ ਕਿਹਾ ਨਾ ਬਈ ਸਾਡੇ ਘਰ ਸਾਡਾ ਛੱਡ ਕੇ ਤੂੰ ਸਾਡੇ ਘਰ ਛੱਡ ਕੇ ਗੋਲੇ ਦੇ ਸਾਡੇ ਨੌਕਰ ਦੇ ਘਰੇ ਜਾ ਕੇ ਸੁੱਤਾ ਹੈ। ਤੇ ਮਹਾਰਾਜ ਦੀ ਬਾਣੀ ਅੰਦਰ ਵੀ ਇਹ ਬਚਨ ਆਏ ਨੇ, ਕਹਿੰਦੇ ਰਾਜਨ ਕੌਣ ਤੁਮਾਰੇ ਆਵੈ ਐਸਾ ਭਾਉ ਬਿਦਰ ਕੋ ਦੇਖਿਓ ਗਰੀਬ ਮੋਏ ਭਾਵੈ। ਤੂੰ ਹਸਤੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਦਰ ਕੋ ਪਾਨੋ। ਅੰਮ੍ਰਿਤ ਕਰਮ ਹੈ ਮਾਨਿਆ, ਕਹਿਣ ਲੱਗੇ ਭਲਿਆ ਉਹਦੇ ਅੰਦਰ ਭਾਵਨਾ ਭਗਤ। ਮਹਾਰਾਜ ਬ੍ਰਹਮ ਸਰੂਪ ਗੁਰੂ ਨਾਨਕ ਸਾਹਿਬ ਬਿਦਰ ਵੀ ਤੇਰੇ ਗੁਣਾਂ ਨੂੰ ਗਾਉਂਦਾ ਆ, ਤੈਨੂੰ ਧਿਆਉਂਦਾ ਆ। ਸਰਬਾਤਮ ਜਿਨ ਜਾਣਿਓ, ਜਿਹਨੇ ਸਾਹ ਅੰਦਰ ਆਤਮਾ ਦਾ ਰਸ ਜਾਣਿਆ ਤੇ ਸਾਰੀਆਂ ਆਤਮਾਵਾਂ ਅੰਦਰ ਪਰਮਾਤਮਾ ਨੂੰ ਜਾਣਿਆ ਹੈ। ਕਬ ਕਲ ਸੋ ਜਸ ਗਾਵੋ ਗੁਰ ਨਾਨਕ, ਕੱਲ ਨਾਮਾ ਕਵੀ ਭੱਟ ਕਹਿੰਦੇ। ਔਰ ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਜਸ ਗਾਵੋ। ਰਾਜ ਜੋਗ ਜਿਨ ਮਾਣਿਓ, ਜਿਨੇ ਸੰਸਾਰ ਦੇ ਅੰਦਰ ਆ ਕੇ ਗ੍ਰਸਥ ਪਰਿਵਾਰ ਦੇ ਅੰਦਰ ਰਹਿ ਕੇ ਔਰ ਜੁੜਨਾ ਸਿਖਾਇਆ, ਪ੍ਰਕਾਸ਼ ਹਿਰਦਿਆਂ 'ਚ ਕਰਨਾ ਸਿਖਾਇਆ, ਪ੍ਰਕਾਸ਼ ਕਰਵਾਇਆ। ਔਰ ਉਹਨਾਂ ਨੇ ਜਿਨ੍ਹਾਂ ਆਪ ਉਸ ਪ੍ਰਕਾਸ਼ ਆਨੰਦ ਨੂੰ ਮਾਣਿਆ ਤੇ ਦੂਜਿਆਂ ਨੂੰ ਆਨੰਦਿਤ ਕੀਤਾ, ਉਹਦੇ ਜਸ ਨੂੰ ਗਾਵੋ। ਮਹਾਰਾਜ ਕਹਿੰਦੇ ਗਾਵੈ ਗੁਣ ਬਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਮਰੰਥ ਗੁਣਾ।
महाराज कहते गावै गुण बरन चार। और सच्चे पातशाह मेहर करते ने कि चार वर्ण खत्री ब्राह्मण सूद वैस, जिथे क्या सी उपदेश चौह वर्णा को साझा, वो चारे वर्ण जेड़े किसी भी रूप च गाउंदे आ ना ध्याउंदे ने, वो वास्तव अंदर तेरे ही गुण गाउंदे। गुरु नानक साहब तू ब्रह्म स्वरूप है, तेरे गुणां दा गायन करदे। खट दर्शन और सन्यासी आद जेड़े ने दरवेश सन्यासी दरवेश ते और जेड़े आ जांदे ने और होर इन्हां दे नाल विपर आद, ऐं करके छे बन जांदे ने। ते इन्हां तो आद ब्रह्मा समरंथ गुणा समरथ दे गुणां नूं गायन करदे ने और उन्हां दी विचार करदे, उन्हों जपदे ने। महाराज वो जिन्हों ये जपदे आ ना सारे, वो रूप गुरु नानक साहब आप हो इन्हां सारियां तो उत्ते। और गावै गुण शेष सैस जेबा रस, और आदे अंत लिव लाग धुन्ना। महाराज कहंदे वैगुरु शेष नाग मन्निया, शेष नाग ते ओदी 1000 फन मन्नी है, 1000 ते एक एक फन अंदर एक एक मुंह अंदर दो दो जबाना ओदियां, 2000 जीवा हो गई। वो एक बार जेड़ा नाम जप लैंदा, जो एक बारी वैगुरु कह लिया परत के उन्हें ये नहीं कहना, नवा नाम उचारना है। कहते वो भी गुण गायन करदा है, ते जेड़े जिहदे वो गुण गायन करदा है ना, गुरु नानक साहब तुसी ओ रूप हो, तुसी ओ हो जिन्हों ये सारे किसी ना किसी रूप च और ध्यान नाल ध्याउंदे गाउंदे ने और हिरदे दा रस मानदे ने। और आद अंत, आद तो लैके अंत तक लिव लाग धुना, लिव ला के वो धुन दे विच मगन हुंदे ने। धुन में ध्यान, ध्यान में जानिया गुरमुख अकथ कहानी, ओदे विच ध्यान टिका के लिव जोड़ते ने तेरे नाल। गावै गुण महादेव बैरागी जिन ध्यान निरंतर जाने। महाराज मेहर करदे ने जेड़ा महादेव जिन्हों शिव जी कहने आ, कहते वो जिन्हों ध्याउंदा ना लोग तां शिव जी नूं जपदे ने, शिव जी दे अगे सिर झुकाउंदे। जिहदे अगे शिव जी सिर झुकाउंदा है, जिहदा सिमरन शिव जी करदा है, जिहदे लई शिव जी समाधि ला के बैठदा है ना, गुरु नानक साहब आप वो रूप बैराग विच आ जांदा जे सुरत नहीं टुटदी है। इस करके वो सुरत जोड़ी रखदा है। बैरागी रामानंद जिहदे तो बैरागियां दा पंथ चलिया, रामानंद गुण गायन करदा है। वो मालका तेरे करदा ओदा बैरागी पंथ पिछे जेड़े गुण गायन जिन्हों ध्याउंदे आ ना, वो रूप तू आ, कोई दूजा नहीं हो सकदा। सब ते वड्डा गुरु नानक। और महाराज जिन ध्यान निरंतर जानियो, जिन्हां ने एक रस अपने अंदर ध्यान टकाया तेरा, ते जिन्नियां दे ध्यान विच जेड़ा आया जिन्हों जपदे ने, तू ओ रूप है। गुरु नानक साहब एक रस सारियां दे ध्यान विच आउण वाला है। कब कल सो जस गावो गुरु नानक। कल नामा भट्ट कवि बन के गुरु दे गुण गायन करदा होया कहंदा, दुनिया दे लोको गुरु नानक साहब दा श्रेष्ठ जस गावो। जे कुछ लैना जे ओनू ध्यावो, ओनू जपो। राज जोग जिन माणियो, जिन्हां ने परिवार विच संसार विच रहिंदियां हिरदे अंदर प्रकाश ते जुड़ना कीता, ते जुड़न दी जुगत दर्शा दिती। जुड़िया किवें जाना, संसार तो पार उतरिया किवें जाना, उहदे जस नूं गावो। ये भट्ट कलनामे ने और सानू उपदेश दिता है कि उस परमात्मा नाल गावो। गुरु नानक साहब महाराज तो सब और थले आ, ते गुरु नानक साहब वो रूप ने जिहदे गुणां नूं सारे ही गाउंदे ने, जिहदा ध्यान सारे ही किसे ना किसे रूप अंदर टकाउंदे ने, जिहदे अगे सारे ही जोदड़ियां करदे ने, लिलड़ियां कढ़दे ने। साडे कारज सवारो
सिखां दी बड़े चंगी किस्मत ते वड्डे भाग ने, इन्हां दा तां गुरु ही गुरु नानक साहब है। फिर भी पता नहीं इन्हां नूं की होया। और गुरु नानक दा घर दर, गुरु नानक साहब दी बाणी, गुरु रूप गुरु नानक दा उपदेश छड्ड के फिर भी पता नहीं किधर नूं तुरे जाने आ, किहड़े बाबे ते किहड़ियां मटियां तो सुख भालदे आ। जपजी पढ़िया करो, गुरु नानक साहब नाल गल्लां करिया करो, ओहदे गुण गाया करो। ते कल नामा भट्ट कहंदा जे जेड़ा गावेगा, जेड़ा ध्यावेगा, जेड़ा मेरे गुरु नानक साहब कोल आवेगा, गुरु नानक साहब नूं माला माल कर देवेगा। ਉਹਦੇ सिर ते गुरु नानक साहब दा हथ होवेगा, जिहदे हिरदे अंदर शब्द वस गया, जिन्हें गुरु नानक साहब दा मार्ग चुन लिया। सानू वो मार्ग सतगुरां ने दिता है, साडे वड्डे भाग ने, और असी उस मार्ग ते चलदे हां। आप आउणे, छोटे छोटे बच्चे भी आउंदे, उन्हां नूं भी इस पासे नूं टोरिया होया। सारे सुख इहदे विच ने, और उन्हां सुखां नूं चाहुंदे आ फिर गुरु दी शरण आइए। महाराज ने बचन कीते ने, जाओ सुख को चाहे सदा, शरण राम की ले। फिर रब दी शरण लै ते उहदे गुण गा, सारे सुख मिलणगे। सतगुरु गरीब नवाज कृपा करन, सानू पढ़न सुनन वालियां नूं समत दा दान बख्शिश करन, साडा आया होया सफला हो सके। बेअंत भुलां दी खिमा करिया जे। साहब दे बचन जान के सतगुरु की संगत हिरदियां च वसाया जे। दास नूं धन गुरु गुरु गोबिंद सिंह महाराज दे दर दा, आप संगत दे दर दा कूकर जान के बेअंत भुलां दी खिमा करिया जे। अगे तो श्रेष्ठ मत बुद्ध बख्शिया जे आप गुरु की संगत ते सतगुरु, जो सतगुरु दी बाणी आगाध बोधे, जिन्नी को कृपा करके मत बुद्ध बख्शदे, उहदे मुतलक पढ़ पढ़ा के जिन्नी को मेहर वरसाउंदे दी विचार दी बुद्धि बख्शदे आ ना, उन्नी को विचार आप नाल सांझी हो सकदी आ। किसे शरीर दे वस दी गल नहीं कि इहदी विचार करे, ये तो गुरु जिहदे ते हथ रखे मेहर कर देवे, उहदे तो उन्नी क विचार करवा लैंदे ने, उन्ने क बोल बुलवा लैंदे ने। और ये गुरु कृपा करते ने आपां नूं सुनन दा ते विचार सुनाउण दा, रल मिल के सबब बख्शिया होया है। आप संगतां भी पहली वेरी इस पावन दे और बाणी दी विचार सुन रहे हो, बड़े घट होणगे जिन्हां ने ये भट्टां दे सवाइयां दी विचार सुनी होवे। शायद अपने दौड़ दे विच कोई विरला होवेगा गुरसिख जिन्हें भट्टां दे सवाइयां दी विचार सुनी होवे। आपां नूं पहली वार पढ़न सुनन दा सबब मिलिया है, ते गुरु जी दे कोल पहुँच के वध तो वध लाहे लाया करिए। इन्नियां को बेनतियां प्रवान करनियां। वाहिगुरु जी का खालसा, वाहिगुरु जी की फतेह।